ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਹਿੰਦੇ ਨੇ ਜਦੋਂ ਧਰਮ ਤੇ ਨੇਕੀ ਤੇ ਪ੍ਰਹਾਰ ਹੋਣ ਲੱਗ ਜਾਣ, ਬਦੀ ਦੇ ਖੁੱਲ੍ਹੇ ਪ੍ਰਚਾਰ ਹੋਣ, ਜ਼ੁਲਮ ਪਾਪ ਅਪਰਾਧ ਤੇ ਹਾਹਾਕਾਰ ਮਚ ਜਾਵੇ, ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਵੇ ਤਾਂ ਰੱਬ ਨੂੰ ਧਰਤੀ ਤੇ ਦੁਨੀਆ ਦਾ ਸੁਧਾਰ ਕਰਨ ਲਈ ਆਉਣਾ ਪੈਂਦਾ। ਦੁਨੀਆ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਲਈ ਤੇ ਪਾਪ ਦੇ ਰਾਹ ਤੇ ਤੁਰੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਜਿਸ ਨਾਲ ਸਾਰੀ ਧਰਤੀ ਪ੍ਰਕਾਸ਼ਮਾਨ ਹੋ ਗਈ। ਇਸ ਤੋਂ ਪਹਿਲਾਂ ਕਿੰਨੇ ਵੀ ਪਰਿਵਰਤਨ ਇਸ ਧਰਤੀ ਤੇ ਹੁੰਦੇ ਰਹੇ। ਇਹ ਪਰਿਵਰਤਨ ਕਿਸੇ ਇੱਕ ਪੱਖ ਤੋਂ ਤੇ ਸੀਮਿਤ ਖੇਤਰ ਵਿੱਚ ਹੀ ਹੋਏ ਸਨ। ਕਿਸੇ ਪੀਰ ਪੈਗੰਬਰ ਨੇ ਸਮੁੱਚੀ ਮਨੁੱਖਤਾ ਤੇ ਜੀਵਨ ਦੇ ਸਾਰੇ ਪੱਖਾਂ ਨੂੰ ਆਪਣੇ ਘੇਰੇ ਵਿੱਚ ਨਹੀਂ ਲਿਆਂਦਾ। ਉਹਨਾਂ ਨੇ ਅਨੇਕ ਪ੍ਰਕਾਰ ਦੀ ਸਾਧਨਾ ਅਤੇ ਸਿਧਾਂਤਕ ਵਿਵਾਦ ਨੇ ਧਰਮ ਦੀ ਗੁੱਥੀ ਇੰਨੀ ਗੁੰਝਲਦਾਰ ਕਰ ਦਿੱਤੀ ਕਿ ਸਧਾਰਨ ਮਨੁੱਖ ਲਈ ਧਰਮ ਨੂੰ ਸਮਝਣਾ ਅਸੰਭਵ ਹੋ ਗਿਆ ਸੀ। ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਕੀਰਤ ਭੱਟ ਜੀ ਲਿਖਦੇ ਹਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਨੂੰ ਰਾਏ ਭੋਜ ਦੀ ਤਲਵੰਡੀ ਲਾਹੌਰ ਤੋਂ 40 ਕੁ ਮੀਲ ਦੂਰ ਨਨਕਾਣਾ ਸਾਹਿਬ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ। ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ 7 ਸਾਲ ਦੀ ਉਮਰ ਵਿੱਚ ਪੰਡਤ ਗੋਪਾਲ ਪਾਸੋਂ ਹਿੰਦੀ, ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿੱਚ ਮੌਲਵੀ ਕੁਤਬਦੀਨ ਕੋਲੋਂ ਫਾਰਸੀ ਪੜ੍ਹਨ ਲਈ ਭੇਜਿਆ। ਆਪ ਜੀ ਨੇ ਬਚਪਨ ਵਿੱਚ ਹੀ ਸੰਕੇਤ ਦੇ ਦਿੱਤੇ ਸੀ ਕਿ ਉਹਨਾਂ ਦਾ ਇਸ ਦੁਨੀਆ ਵਿੱਚ ਆਉਣ ਦਾ ਖਾਸ ਉਦੇਸ਼ ਹੈ। ਇਸ ਲਈ ਆਪ ਜੀ ਨੇ ਪਾਂਧੇ ਨੂੰ ਸੰਸਾਰਿਕ ਅਤੇ ਅਧਿਆਤਮਿਕ ਵਿੱਦਿਆ ਸੰਬੰਧੀ ਤਿੱਖੇ ਪ੍ਰਸ਼ਨ ਕੀਤੇ। ਆਪ ਜੀ ਨੇ ਕਿਹਾ ਕਿ ਭੁੱਖਿਆਂ, ਗਰੀਬਾਂ ਤੇ ਲੋੜਵੰਦਾਂ ਦੀ ਲੋੜ ਪੂਰੀ ਕਰਨਾ ਹੀ ਸੱਚਾ ਸੌਦਾ ਤੇ ਵਪਾਰ ਹੈ। ਆਪ ਜੀ ਦੇ ਪਿਤਾ ਜੀ ਪਟਵਾਰੀ ਦੀ ਅਹਿਮ ਪਦਵੀ ਤੇ ਸਨ। ਆਪ ਦੇ ਪਿਤਾ ਜੀ ਚੰਗੇ, ਮੰਨੇ ਪਰਮੰਨੇ ਤੇ ਵਧੀਆ ਇਨਸਾਨ ਸਨ। ਰਾਏ ਭੋਏ, ਜੋ ਕਿ ਲਗਭਗ 20 ਪਿੰਡਾਂ ਦਾ ਮਾਲਕ ਸੀ, ਉਸਦੇ ਚਲਾਣੇ ਤੋਂ ਬਾਅਦ ਉਸ ਦੀ ਮਲਕੀਅਤ ਰਾਏ ਬੁਲਾਰ ਨੇ ਸੰਭਾਲ ਲਈ, ਜਿਸ ਦੇ ਦਿਲ ਵਿੱਚ ਕੋਈ ਈਰਖਾ ਨਾਮ ਦੀ ਚੀਜ਼ ਹੀ ਨਹੀਂ ਸੀ ਤੇ ਬੜਾ ਨੇਕ ਦਿਲ ਇਨਸਾਨ ਸੀ। ਭੈਣ ਨਾਨਕੀ ਜੀ ਤੋਂ ਬਾਅਦ ਉਹ ਪਹਿਲਾ ਇਨਸਾਨ ਸੀ ਜਿਸ ਨੇ ਗੁਰੂ ਸਾਹਿਬ ਰੱਬੀ ਨੂਰ ਦਾ ਜਲਵਾ ਤੱਕਿਆ। ਉਸਨੇ ਗੁਰੂ ਸਾਹਿਬ ਦੇ ਪਸ਼ੂਆਂ ਦੀ ਉਜੜੀ ਖੇਤੀ ਨੂੰ ਹਰਾ ਭਰਾ ਹੁੰਦਾ ਦੇਖਿਆ। ਤਿੰਨਾਂ ਉਸਤਾਦਾਂ ਕੋਲੋਂ ਉਹਨਾਂ ਦੀ ਰੱਬੀ ਗਿਆਨ ਦੀ ਚਰਚਾ ਸੁਣੀ, ਜਿਸ ਵਿੱਚ ਗੁਰੂ ਸਾਹਿਬ ਨੇ 35 ਅੱਖਰੀ ਦੇ ਰੂਹਾਨੀ ਮਤਲਬ ਫੱਟੀ ਤੇ ਲਿਖ ਦਿੱਤੇ ਸਨ। ਫਨੀਅਰ ਸੱਪ ਨੂੰ ਗੁਰੂ ਨਾਨਕ ਸਾਹਿਬ ਉੱਤੇ ਛਾਂ ਕਰਦੇ ਦੇਖਿਆ। ਜਦੋਂ ਮੌਲਵੀ ਨੇ ਅਲਫ ਬਾਰੇ ਇਕਬਾਲ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ਤਾਂ ਉਹਨਾਂ ਦੇ ਜਵਾਬ ਨੇ ਮੌਲਵੀ ਨੂੰ ਹੈਰਾਨ ਕਰ ਦਿੱਤਾ। ਆਪ ਜੀ ਨੇ ਗ੍ਰਹਿਸਥ ਧਰਮ ਨੂੰ ਵੀ ਬਖੂਬੀ ਨਿਭਾਇਆ, ਮੱਝਾਂ ਵੀ ਚਾਰੀਆਂ, ਨੌਕਰੀ ਵੀ ਕੀਤੀ, ਪਰ ਸਰਬੱਤ ਦੇ ਭਲੇ ਨੂੰ ਮੁੱਖ ਰੱਖਦਿਆਂ ਘਰ ਪਰਿਵਾਰ ਦੇ ਦਾਇਰੇ ਵਿੱਚ ਸੀਮਤ ਰਹਿਣਾ ਮਨਜ਼ੂਰ ਨਹੀਂ ਕੀਤਾ। ਜਿੱਥੇ ਆਪ ਜੀ ਨੇ ਆਪਣੇ ਇਲਾਹੀ ਦਰਸ਼ਨ ਦਿਦਾਰੇ ਕਰਕੇ ਲੋਕਾਂ ਨੂੰ ਨਿਹਾਲ ਕੀਤਾ, ਉੱਥੇ ਧਰਮ ਦੇ ਮੁਖੀਆਂ, ਬ੍ਰਾਹਮਣਾਂ, ਪੰਡਤਾਂ, ਸਿੱਧਾਂ, ਨਾਥਾਂ, ਜੋਗੀਆਂ, ਮੌਲਵੀਆਂ, ਕਾਜ਼ੀਆਂ, ਪੀਰਾਂ ਵਾਲੀਆਂ ਔਲੀਆਂ ਆਦਿ ਨਾਲ ਉਚੇਰੇ ਸੰਵਾਦ ਰਚਾਏ। ਸਿੱਧਾਂ ਜੋਗੀਆਂ ਨੂੰ ਸਮਝਾਇਆ ਕਿ ਜੇ ਤੁਸੀਂ ਪਰਮਾਤਮਾ ਦੇ ਨਾਮ ਦੀ ਸਮਝਸਾਰ ਰੱਖਦੇ ਆ ਤਾਂ ਇੱਥੇ ਉੱਚੇ ਉੱਚੇ ਪਹਾੜਾਂ ਤੇ ਸਮਾਧੀਆਂ ਲਾਉਣ ਦਾ ਕੀ ਲਾਭ। ਲੋਕਾਂ ਵਿੱਚ ਵਿਚਰ ਕੇ ਉਹਨਾਂ ਨੂੰ ਰਾਹੇ ਪਾਉਣ ਦਾ ਯਤਨ ਕਰੋ ਤੇ ਇਸ ਸਰੀਰ ਨਾਲ ਕਿਰਤ ਕਰੋ। ਆਪ ਜੀ ਦੇ ਬੋਲਾਂ ਵਿੱਚ ਇੰਨੀ ਸ਼ਕਤੀ ਸੀ, ਤਾਕਤ ਸੀ। ਜਿਨ੍ਹਾਂ ਨੇ ਵੀ ਆਪ ਜੀ ਦੇ ਵਿਚਾਰ ਸੁਣੇ, ਉਹਨਾਂ ਨੇ ਆਪ ਜੀ ਦੀ ਵਿਚਾਰਧਾਰਾ ਅਪਣਾਈ। ਆਪਣੇ ਗੁਰਮਤਿ ਦੇ ਸਿਧਾਂਤਾਂ ਦੁਆਰਾ ਆਪ ਜੀ ਨੇ ਅਣਗਿਣਤ ਭੁੱਲੇ ਭਟਕੇ ਕਾਤਲਾਂ, ਚੋਰਾਂ, ਡਾਕੂਆਂ, ਜਾਦੂਗਰਾਂ, ਜਾਦੂਗਰਨੀਆਂ, ਮਨੁੱਖਾਂ ਤੇ ਆਦਮਖੋਰਾਂ ਨੂੰ ਨੇਕ ਰਾਹ ਤੇ ਚੱਲਣਾ ਸਿਖਾਇਆ। ਆਪ ਜੀ ਨੇ ਖੇਤੀ ਕਰਕੇ ਸੰਸਾਰ ਦੇ ਸਾਹਮਣੇ ਕਿਰਤ ਕਰਨਾ, ਵੰਡ ਕੇ ਛਕਣਾ ਤੇ ਸਿਮਰਨ ਕਰਨ ਦੀ ਅਹਿਮੀਅਤ ਨੂੰ ਆਪਣੇ ਉੱਪਰ ਹੰਢਾ ਕੇ ਦੱਸਿਆ, ਜੋ ਕਿ ਆਤਮ ਕਲਿਆਣ ਤੇ ਲੋਕ ਕਲਿਆਣ ਦਾ ਅਸਲੀ ਮਾਰਗ ਹੈ। ਕਰਮਕਾਂਡਾਂ, ਵਹਿਮਾਂ ਭਰਮਾਂ, ਪਖੰਡਾਂ ਤੇ ਬੇਫਾਲਤੂ ਰਸਮਾਂ ਰਿਵਾਜਾਂ ਨੂੰ ਨਕਾਰਿਆ ਤੇ ਇਸ ਦੀ ਸ਼ੁਰੂਆਤ ਆਪ ਜੀ ਨੇ ਆਪਣੇ ਘਰ ਤੋਂ ਕੀਤੀ। ਗੁਰੂ ਨਾਨਕ ਸਾਹਿਬ ਜਦੋਂ ਵਹੀ ਨਦੀ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੀ ਜ਼ੁਬਾਨ ਤੇ ਇੱਕੋ ਲਫ਼ਜ਼ ਸੀ, ਨਾ ਮੈਂ ਹਿੰਦੂ ਨਾ ਮੁਸਲਮਾਨ, ਜਿਸ ਦਾ ਇਸ਼ਾਰਾ ਸੀ ਇੱਕ ਸੁਤੰਤਰ ਕੌਮ ਦੀ ਹੋਂਦ ਨੂੰ ਕਾਇਮ ਕਰਨਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੂਰਾ ਕੀਤਾ। ਜਦੋਂ ਆਪ ਜੀ 9 ਸਾਲ ਦੀ ਉਮਰ ਵਿੱਚ ਹੋਏ ਤਾਂ ਮਹਿਤਾ ਕਾਲੂ ਜੀ ਨੇ ਪੰਡਤ ਹਰਦਿਆਲ ਦੀ ਸਲਾਹ ਨਾਲ ਇਸ ਕੁਲ ਦੀ ਰੀਤ ਜੰਝੂ ਲਈ ਇੱਕ ਦਿਨ ਮਿਥਿਆ ਤੇ ਸੱਜਣਾ ਮਿੱਤਰਾਂ, ਬਰਾਦਰੀ, ਭਾਈਚਾਰੇ ਤੇ ਆਂਢੀਆਂ ਗਵਾਂਢੀਆਂ ਨੂੰ ਸੱਦੇ ਦਿੱਤੇ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ। ਕੁਝ ਮੁੱਢਲੀਆਂ ਰਸਮਾਂ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਬੁਲਾਇਆ ਗਿਆ। ਜਦ ਪੰਡਤ ਗਲ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਸਾਹਿਬ ਨੇ ਉਸ ਦਾ ਹੱਥ ਰੋਕ ਦਿੱਤਾ ਤੇ ਉਸ ਪੰਡਤ ਤੋਂ ਪੁੱਛਿਆ, ਇਹ ਧਾਗਾ ਕੀ ਆ? ਉਸਨੇ ਕਿਹਾ ਕਿ ਇਹ ਉੱਚੀਆਂ ਜਾਤੀਆਂ ਦੀ ਨਿਸ਼ਾਨੀ ਤੇ ਹਿੰਦੂਆਂ ਦੀ ਰਸਮ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਆਪ ਜੀ ਨੇ ਪੰਡਤ ਨੂੰ ਸਮਝਾਇਆ ਕਿ ਉੱਚੀ ਜਾਤੀ ਤਾਂ ਉਸ ਦੀ ਹੁੰਦੀ ਆ ਜੋ ਵਧੀਆ ਤੇ ਨੇਕੀ ਵਾਲੇ ਕੰਮ ਕਰੇ। ਉਹਨਾਂ ਨੇ ਕਿਹਾ ਕਿ ਖਾਲੀ ਇਹ ਧਾਗਾ ਪਾਉਣ ਨਾਲ ਕੋਈ ਉੱਚਾ ਕਿਵੇਂ ਹੋ ਜਾਂਦਾ, ਫਿਰ ਇਹ ਧਾਗਾ ਖੁਦ ਮੈਲਾ ਹੋ ਜਾਂਦਾ, ਟੁੱਟ ਜਾਂਦਾ। ਅਗਰ ਤੇਰੇ ਕੋਲ ਕੋਈ ਐਸਾ ਧਾਗਾ ਹੈ ਜੋ ਸਾਰੀ ਉਮਰ ਮੇਰੇ ਨਾਲ ਨਿਭੇ ਤੇ ਮੈਨੂੰ ਮੰਦੇ ਕੰਮਾਂ ਤੋਂ ਬਚਾਵੇ ਤਾਂ ਦੱਸ। ਇਹ ਗੱਲ ਸੁਣ ਕੇ ਪੰਡਤ ਸੋਚੀ ਪੈ ਗਿਆ।
ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਸਮਝ ਆ ਗਈਆਂ, ਪਰ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਕਾਫੀ ਨਿਰਾਸ਼ ਹੋਏ ਕਿ ਸਾਡੇ ਪੁੱਤਰ ਨੇ ਕੁੱਲ ਦੀ ਰੀਤ ਭੰਗ ਕਰ ਦਿੱਤੀ। ਗੁਰੂ ਸਾਹਿਬ ਹੁਣ ਬਹੁਤਾ ਸਮਾਂ ਸਿਮਰਨ ਵਿੱਚ ਜੁੜੇ ਰਹਿਣ ਲੱਗ ਪਏ, ਨਾ ਖਾਣ ਦੀ ਸੁੱਧ ਨਾ ਪੀਣ ਦੀ। ਮਾਪਿਆਂ ਨੂੰ ਲੱਗਿਆ ਕਿ ਸ਼ਾਇਦ ਗੁਰੂ ਸਾਹਿਬ ਬਿਮਾਰ ਹੋ ਗਏ। ਵੈਦ ਨੂੰ ਘਰ ਬੁਲਾਇਆ। ਜਦ ਵੈਦ ਨੇ ਗੁਰੂ ਸਾਹਿਬ ਤੋਂ ਤਕਲੀਫ ਬਾਰੇ ਪੁੱਛਿਆ ਤਾਂ ਆਪ ਜੀ ਨੇ ਕਿਹਾ ਕਿ ਸਭ ਤੋਂ ਵੱਡਾ ਦੁੱਖ ਉਸ ਸਿਰਜਣਹਾਰ ਨਾਲ ਵਿਛੋੜਾ ਹੈ। ਉਸ ਨਾਲ ਜੁੜਨ ਦੀ ਤੇਰੇ ਕੋਲ ਦਵਾਈ ਹੈ ਤਾਂ ਦੇ ਦੇ। ਇਹ ਵਿਚਾਰ ਸੁਣ ਕੇ ਵੈਦ ਦੀਆਂ ਅੱਖਾਂ ਖੁੱਲ ਗਈਆਂ, ਸਿਰ ਨਿਭਾ ਕੇ ਵਿਦਾ ਹੋਇਆ ਤੇ ਵੈਦ ਜਾਣ ਲੱਗਾ। ਇਹ ਕਹਿ ਗਿਆ ਕਿ ਇਹ ਰੋਗੀ ਨਹੀਂ, ਸੰਸਾਰ ਦੇ ਰੋਗ ਦੂਰ ਕਰਨ ਵਾਲਾ ਰੋਗੀਆਂ ਦਾ ਵੈਦ ਹੈ। ਕੁਝ ਸਮੇਂ ਬਾਅਦ ਗੁਰੂ ਸਾਹਿਬ ਤੁਰਨ ਫਿਰਨ, ਹੱਸਣ ਖੇਡਣ ਤੇ ਖਾਣ ਪੀਣ ਲੱਗ ਗਏ। ਆਪ ਜੀ ਦੇ ਪਿਤਾ ਜੀ ਨੇ ਸੋਚਿਆ ਪੁੱਤਰ ਜਵਾਨ ਹੋ ਗਿਆ, ਕਿਸੇ ਕੰਮ ਕਾਰ ਤੇ ਲਾਇਆ ਜਾਵੇ। ਹਰ ਮਾਂ ਪਿਓ ਦੀ ਇਹੀ ਸੋਚ ਹੁੰਦੀ ਆ ਕਿ ਸਾਡਾ ਬੇਟਾ ਕਿਸੇ ਵਧੀਆ ਕੰਮ ਕਾਰ ਤੇ ਲੱਗੇ। ਮਹਿਤਾ ਕਾਲੂ ਜੀ ਨੇ 20 ਰੁਪਏ ਦੇ ਕੇ ਗੁਰੂ ਸਾਹਿਬ ਨੂੰ ਭਾਈ ਬਾਲੋ ਨਾਲ ਮੰਡੀ ਭੇਜਿਆ ਤਾਂ ਰਸਤੇ ਵਿੱਚ ਗੁਰੂ ਸਾਹਿਬ ਜੀ ਨੇ ਸਾਧੂਆਂ ਦਾ ਟੋਲਾ ਦੇਖਿਆ ਜੋ ਭਜਨ ਬੰਦਗੀ ਵਿੱਚ ਲੱਗੇ ਹੋਏ ਸਨ ਤੇ ਕਈ ਦਿਨਾਂ ਤੋਂ ਭੁੱਖੇ ਵੀ ਸਨ। ਜਦੋਂ ਗੁਰੂ ਸਾਹਿਬ ਜੀ ਨੂੰ ਉਹਨਾਂ ਦੀ ਭੁੱਖ ਦਾ ਪਤਾ ਲੱਗਿਆ ਤਾਂ ਉਹਨਾਂ ਨੇ 20 ਰੁਪਏ ਦਾ ਖਾਣ ਪੀਣ ਦਾ ਸਮਾਨ ਮੰਗਵਾ ਕੇ ਉਹਨਾਂ ਨੂੰ ਖਵਾ ਦਿੱਤਾ। ਗੁਰੂ ਸਾਹਿਬ ਜੀ ਨੂੰ ਆਪਣੇ ਪਿਤਾ ਜੀ ਦੇ ਗੁੱਸੇ ਦਾ ਪਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬਾਲੇ ਨੂੰ ਘਰ ਭੇਜ ਦਿੱਤਾ ਤੇ ਆਪ ਇੱਕ ਦਰਖਤ ਦੇ ਥੱਲੇ ਬੈਠ ਕੇ ਰੱਬ ਨਾਲ ਜੁੜ ਗਏ। ਜਦੋਂ ਪਿਤਾ ਜੀ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਏ ਦਾ ਲੰਗਰ ਲਗਾ ਦਿੱਤਾ ਤਾਂ ਉਹ ਗੁਰੂ ਸਾਹਿਬ ਕੋਲ ਆਏ ਤੇ ਗੁੱਸੇ ਵਿੱਚ ਆ ਕੇ ਚਪੇੜ ਵੀ ਮਾਰ ਦਿੱਤੀ। ਬੀਬੀ ਨਾਨਕੀ ਜੀ ਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਛੁਡਾ ਲਿਆ। ਜਦ ਰਾਏ ਬੁਲਾਰ ਨੂੰ ਪਤਾ ਚੱਲਿਆ ਤਾਂ ਉਸਨੇ ਮਹਿਤਾ ਕਾਲੂ ਜੀ ਨੂੰ ਸੱਦ ਕੇ ਕਿਹਾ ਕਿ ਇਹ ਕੋਈ ਆਮ ਬੱਚਾ ਨਹੀਂ, ਰੱਬੀ ਨੂਰ ਹੈ। ਇਹਨਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਮੈਂ ਕਰ ਦਿੰਦਾ ਹਾਂ ਤੇ ਕੋਈ ਹੱਲ ਵੀ ਸੋਚਦਾ। ਕੁਝ ਸੋਚ ਵਿਚਾਰ ਮਗਰੋਂ ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਜੀ ਤੇ ਦੀਵਾਨ ਜੈ ਰਾਮ ਨਾਲ ਸੁਲਤਾਨਪੁਰ ਭੇਜ ਦਿੱਤਾ ਤੇ ਗੁਰੂ ਸਾਹਿਬ ਜੀ ਨੂੰ ਜਲੰਧਰ ਦੁਆਬ ਦੇ ਵੱਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਪ੍ਰਬੰਧਕ ਲਗਵਾ ਦਿੱਤਾ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁੱਚਾ ਵਿਹਾਰ ਤੇ ਪ੍ਰੇਮ ਨਾਲ ਰਹਿਣ ਦੀ ਜਾਂਚ ਸਿਖਾਈ। ਗੁਰੂ ਸਾਹਿਬ ਜੀ ਨਿੱਕੇ ਵੱਡੇ ਕਰਮਚਾਰੀਆਂ ਨੂੰ ਇੱਕੋ ਨਜ਼ਰ ਨਾਲ ਦੇਖਦੇ, ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰਦੇ ਸਨ ਤੇ ਆਪਣੀ ਕਮਾਈ ਵਿੱਚੋਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਦੇ। ਗੁਰੂ ਨਾਨਕ ਸਾਹਿਬ ਜੀ ਦਾ ਜਸ ਦੂਰ ਦੂਰ ਤੱਕ ਫੈਲ ਗਿਆ। ਜਿੱਥੇ ਆਪ ਆਪਣੀ ਨੌਕਰੀ ਦਾ ਫਰਜ਼ ਪੂਰੀ ਤਰ੍ਹਾਂ ਨਿਭਾਉਂਦੇ, ਉੱਥੇ ਆਪ ਜੀ ਪਰਮਾਤਮਾ ਨੂੰ ਵੀ ਯਾਦ ਕਰਦੇ ਰਹਿੰਦੇ। ਕੰਮ ਵੇਲੇ ਵੀ ਗੁਰੂ ਸਾਹਿਬ ਹੱਥਾਂ ਨਾਲ ਕੰਮ ਕਾਰ ਕਰਦੇ ਤੇ ਮਨ ਨੂੰ ਨਿਰੰਕਾਰ ਵੱਲ ਲਾਈ ਰੱਖਦੇ। ਇੱਕ ਦਿਨ ਇੱਕ ਸਾਧੂ ਗੁਰੂ ਸਾਹਿਬ ਜੀ ਕੋਲ ਆਟਾ ਖਰੀਦਣ ਆਇਆ। 12 ਧਾਰਨਾ ਤੋਲ ਕੇ ਜਦੋਂ 13 ਤੇ ਪਹੁੰਚੇ ਤਾਂ ਮਨ ਐਸਾ ਸਿਮਰਨ ਵਿੱਚ ਜੁੜਿਆ, ਆਪ ਜੀ 13 ਤੋਂ ਅੱਗੇ ਨਹੀਂ ਵਧੇ। ਸਾਧੂ ਨੇ ਟੋਕਿਆ ਕਿ ਇੰਜ ਤਾਂ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸਾਈਂ ਦੇ ਬੰਦੇ, ਇਹ ਸੰਸਾਰ ਤਾਂ ਮੇਰਾ ਮੇਰਾ ਕਹਿ ਕੇ ਉਜੜ ਰਿਹਾ, ਤੇਰਾ ਤੇਰਾ ਕਹਿ ਕੇ ਤਾਂ ਬਰਕਤ ਪੈਂਦੀ ਹੈ। ਉਧਰ ਈਰਖਾ ਕਰਨ ਵਾਲਿਆਂ ਨੇ ਕਈ ਵਾਰ ਗੁਰੂ ਸਾਹਿਬ ਜੀ ਦੀ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਸਾਹਿਬ ਮੋਦੀ ਖਾਨਾ ਉਜਾੜ ਰਹੇ ਨੇ, ਪਰ ਜਦੋਂ ਮੋਦੀ ਖਾਨੇ ਦਾ ਹਿਸਾਬ ਹੋਇਆ ਤੇ ਰਸਦ ਉਮੀਦ ਤੋਂ ਵੀ ਵੱਧ ਨਿਕਲੀ। ਗੁਰੂ ਸਾਹਿਬ ਆਪਣੀ ਕਮਾਈ ਵਿੱਚੋਂ ਹੀ ਲੋੜਵੰਦਾਂ ਨੂੰ ਵੰਡ ਰਹੇ ਸੀ। ਕੁਝ ਚਿਰ ਬਾਅਦ ਭਾਈ ਮਰਦਾਨੇ ਨੂੰ ਵੀ ਆਪ ਜੀ ਨੇ ਸੁਲਤਾਨਪੁਰ ਬੁਲਾ ਲਿਆ ਤੇ ਆਪ ਜੀ ਹਰ ਰੋਜ਼ ਵੇਹੀ ਨਦੀ ਵਿੱਚ ਜਾ ਕੇ ਇਸ਼ਨਾਨ ਕਰਦੇ, ਕਿਨਾਰੇ ਤੇ ਬੈਠ ਕੇ ਭਜਨ ਸਿਮਰਨ ਕਰਦੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤੇ ਗੁਰੂ ਸਾਹਿਬ ਜੀ ਇਲਾਹੀ ਬਾਣੀ ਉਚਾਰਦੇ। ਸੋ ਇਸ ਭਾਗ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਪੂਰਾ ਨਹੀਂ ਦੱਸ ਸਕੇ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਸੀ। ਸੋ ਦੂਜੇ ਭਾਗ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ। ਧੰਨਵਾਦ।